ਅੱਜ ਮੇਨਲੀ ਜਿਹੜਾ ਬਰਨਿੰਗ ਇਸ਼ੂ ਹੈ ਉਹ ਹੈ ਨਹਿਰੀ ਪਾਣੀ ਦਾ। ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਅਬੋਹਰ ਏਰੀਆ ਬਲੂਆਣਾ ਏਰੀਆ ਹੈ ਵਿਧਾਨ ਸਭਾ ਹਲਕੇ, ਉੱਥੇ ਜਿਹੜੀ ਹੈ ਸਾਰੀ ਦੀ ਸਾਰੀ ਇਰੀਗੇਸ਼ਨ ਜਿਹੜੀ ਹੈ ਉਹ ਨਹਿਰੀ ਪਾਣੀ ਤੋਂ ਹੁੰਦੀ ਹੈ, ਕਿਉਂਕਿ ਜ਼ਮੀਨੀ ਪਾਣੀ ਬਹੁਤ ਮਾੜਾ ਹੈ, ਟਿਊਬਵੈਲ ਉੱਥੇ ਕਾਮਯਾਬ ਨਹੀਂ। ਫਿਰ ਜੇ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਦੇ ਅੰਦਰ ਵੀ ਈਸਟਰਨ ਡਿਵੀਜ਼ਨ ਦੀ ਹੈ, ਉਹ ਇੰਨੀ ਮਾੜੀ ਹਾਲਤ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅਸੀਂ ਟ੍ਰੇਲ ਤੇ ਪੈਂਦੇ ਹਾਂ ਔਰ ਸਰਕਾਰ ਨੂੰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਅੱਜ ਪਿਛਲੇ 8 ਦਿਨਾਂ ਤੋਂ ਕਿਸਾਨ ਜਿਹੜੇ ਹੈਗੇ ਉਹ ਧਰਨਾ ਲਾ ਕੇ ਬੈਠੇ ਨੇ, ਸੜਕ ਰੋਕੀ ਬੈਠੇ ਨੇ ਸ਼ਹਿਰ ਦੀ, ਤੇ ਲੋਕਾਂ ਦਾ, ਬੱਚਿਆਂ ਦਾ, ਆਮ ਆਦਮੀ ਦਾ ਆਉਣਾ ਜਾਣਾ ਬੜਾ ਮੁਸ਼ਕਿਲ ਹੋਇਆ ਖੜਾ ਹੈਗਾ, ਕਿਉਂਕਿ ਉਹਨਾਂ ਦੀ ਗੱਲ ਨਹੀਂ ਕੋਈ ਸੁਣਨ ਨੂੰ ਆਇਆ। ਅੱਜ ਤੱਕ ਕੋਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਵੀ ਕੋਈ ਬੰਦਾ ਉੱਥੇ ਉਹਨਾਂ ਦਾ ਗ੍ਰੀਵੈਂਸ ਸੁਣਨ ਨੂੰ ਨਹੀਂ ਆਇਆ। ਔਰ ਹਾਈਟ ਇਹ ਹੈ ਵੀ ਅੱਜ ਪਿਛਲੇ 10 ਦਿਨਾਂ ਤੋਂ ਜਿੱਥੋਂ ਨਹਿਰਾਂ ਨਿਕਲਦੀਆਂ ਨੇ ਸੋਖਾ ਹੈਡ ਹੈ, ਉੱਥੇ ਅੱਜ ਕਿਸਾਨਾਂ ਦਾ ਕਬਜ਼ਾ ਹੈ ਔਰ ਉਹਨਾਂ ਨੇ ਅਬੋਹਰ ਔਰ ਫਾਜ਼ਿਲਕਾ ਜ਼ਿਲ੍ਹੇ ਦੀਆਂ ਸਾਰੀਆਂ ਨਹਿਰਾਂ ਬੰਦ ਕਰਕੇ ਆਏ, ਸਿਵਾਏ ਅਰਨੀ ਵਾਲੇ ਨੂੰ ਛੱਡ ਕੇ ਸ਼ਾਇਦ ਪ੍ਰਧਾਨ ਜੀ ਦੱਸਣਗੇ, ਕਿਉਂਕਿ ਅਰਨੀ ਵਾਲਾ ਮੁਕਤਸਰ ਵਗੈਰਾ ਤੋਂ ਆਉਂਦੀ ਹੈ। ਉੱਥੇ ਸਰਕਾਰ ਦਾ ਕੋਈ ਕੰਟਰੋਲ ਨਹੀਂ। ਡਿਪਟੀ ਕਮਿਸ਼ਨਰ ਜਿਹੜਾ ਮੁਕਤਸਰ ਦਾ SSP, ਉਹਨਾਂ ਨੂੰ ਬਾਰ-ਬਾਰ ਅਸੀਂ ਵੀ ਰਿਕੁਐਸਟ ਕੀਤੀ ਹੈ ਵੀ ਜਾ ਕੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ, ਜੇ ਐਵੇਂ ਹਰ ਆਦਮੀ ਹਰ ਚੀਜ਼ ਆਪਦੇ ਹੱਥ 'ਚ ਕਰ ਲੂਗਾ ਤੇ ਪ੍ਰਸ਼ਾਸਨ ਚੱਲੂਗਾ ਕਿਵੇਂ ਤੇ ਕਿਵੇਂ ਲੋਕਾਂ ਦਾ ਕੰਮ ਚੱਲੂਗਾ। ਔਰ ਅਫਸੋਸ ਨਾਲ ਕਹਿਣਾ ਪੈਂਦਾ ਵੀ PCC ਦਾ ਪ੍ਰਧਾਨ ਹੈ ਸੁਨੀਲ ਜਾਖੜ, ਉਹਨੇ ਇੱਕ ਸ਼ਬਦ ਵੀ ਪਾਣੀ ਬਾਰੇ ਅਜੇ ਨਹੀਂ ਕਿਹਾ, ਹਾਲਾਂਕਿ ਉਹਦਾ ਆਪ ਦਾ ਪਿੰਡ ਵੀ ਉਸੇ ਏਰੀਏ 'ਚ ਪੈਂਦਾ ਹੈਗਾ। ਉਹਨਾਂ ਨੂੰ ਵੀ ਉਨੀ ਪਾਣੀ ਦੀ ਕਮੀ ਹੈ ਜਿੰਨੀ ਆਮ ਆਦਮੀ ਨੂੰ ਹੈ, ਲੇਕਿਨ ਉਹਦਾ ਹੋ ਸਕਦਾ ਵੀ ਉਹਨਾਂ ਦਾ ਕੰਮ ਚੱਲ ਜਾਂਦਾ, ਵੱਡਾ ਜ਼ਿਮੀਂਦਾਰ ਹੈ, ਪਰ ਆਮ ਆਦਮੀ ਜਿਹੜਾ ਛੋਟਾ ਕਿਸਾਨ ਹੈ ਉਹਦਾ ਬਹੁਤ ਔਖਾ ਹੋਇਆ ਖੜਾ ਹੈ। ਬਾਗਾਂ ਦਾ ਜਿਹੜਾ ਏਰੀਆ ਹੈਗਾ, ਬਾਗ ਸੁੱਕ ਰਹੇ ਹੈ, ਜਿਹੜੀ ਇੰਨੀ ਮਿਹਨਤ ਨਾਲ ਲੋਕਾਂ ਨੇ ਬਾਗਾਂ ਨੂੰ ਪਾਲ ਪੋਸ ਕੇ ਏਡਾ ਵੱਡਾ ਕੀਤਾ ਤੇ ਅੱਜ 10-15 ਸਾਲ ਦਾ ਉਹਨਾਂ ਦਾ ਜਿਹੜੀ ਮਿਹਨਤ ਬੇਕਾਰ ਚਲੀ ਜੂਗੀ। ਇੱਕ ਵਾਰੀ ਬੂਟਾ ਸੁੱਕੇ ਦੁਬਾਰਾ ਨਹੀਂ ਰਿਸਟੋਰ ਹੁੰਦਾ। ਤੇ ਈਸਟਰਨ ਡਿਵੀਜ਼ਨ 'ਚ ਵੀ ਪਿਛਲੇ ਦਿਨਾਂ ਇੱਥੇ ਧਰਨਾ ਲਾਇਆ ਤਾਂ ਜਾ ਕੇ ਕੁਝ ਪਾਣੀ ਪੂਰਾ ਹੋਇਆ। ਇੱਕ ਪਾਸੇ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਪਾਣੀ ਵਾਸਤੇ ਤਰਸ ਰਿਹਾ ਹੈ ਫਾਜ਼ਿਲਕਾ ਜ਼ਿਲ੍ਹੇ ਦਾ, ਤੇ ਦੂਸਰੇ ਪਾਸੇ ਪਾਣੀ ਜਿਹੜਾ ਹੈਗਾ ਮੇਰਾ ਖਿਆਲ ਹੈ 1 ਲੱਖ ਕਿਊਸਿਕ ਪਾਣੀ ਇੱਕ ਦਿਨ ਦੇਖਿਆ ਮੈਂ, ਨਾਪ ਤਾਂ ਨਹੀਂ ਸਕਦਾ, ਤੇ ਪਾਕਿਸਤਾਨ ਨੂੰ ਜਾ ਰਿਹਾ। ਪਰ ਉਹਦਾ ਵੱਡਾ ਰੀਜ਼ਨ ਇਹ ਹੈ ਵੀ ਜਿਹੜੀਆਂ ਨਹਿਰਾਂ ਨੇ, ਅਬੋਹਰ ਕਨਾਲ ਹੈ ਜਿਹੜੀ ਸਾਰੇ ਇਸ ਏਰੀਏ ਨੂੰ ਫੀਡ ਕਰਦੀ ਹੈ, ਈਸਟਰਨ ਕਨਾਲ ਹੈ ਇਹ ਬਾਲੇਵਾਲਾ ਹੈਡ ਤੋਂ ਨਿਕਲਦੀ ਹੈ। ਅੱਜ 2006 ਚ ਬਣਾਈ ਸੀ, 2006 ਚੋਂ ਨਹਿਰ ਬਣੀ ਸੀ ਤੇ ਅੱਜ ਉਹਨੂੰ 15 ਸਾਲ ਹੋ ਗਏ, ਉਹਦੀ ਬਿਲਕੁਲ ਸਫਾਈ ਨਹੀਂ ਹੋਈ। ਅਸਰਕੰਡੇ ਉੱਗੇ ਹੋਏ, ਜੇ ਤੁਸੀਂ ਨਹਿਰ ਦੇ ਨਾਲ ਜਾਓ ਤਾਂ ਮਿੱਟੀ ਦੇ ਢੇਰ ਲੱਗੇ ਹੋਏ ਨੇ, ਸਾਹਮਣੇ ਦਿਖੀ ਜਾਂਦੇ ਨੇ। ਔਰ ਇਹੀ ਹਾਲਤ ਅੱਜ ਅਬੋਹਰ ਕਨਾਲ ਦੀ ਹੈਗੀ, ਅਬੋਹਰ ਬ੍ਰਾਂਚ ਕਹਿੰਦੇ ਨੇ ਇਸ ਨੂੰ। ਸੋ ਅਖੀਰਕਾਰ ਕਿਸਾਨਾਂ ਨੇ ਵੀ ਪ੍ਰਦਰਸ਼ਨ ਕਰ ਲਿਆ, ਅਕਾਲੀ ਦਲ ਨੇ ਵੀ, ਅਸੀਂ ਧਰਨੇ ਵੀ ਲਾਏ, ਪ੍ਰੋਟੈਸਟ ਵੀ ਕੀਤਾ, ਲੇਕਿਨ ਸਰਕਾਰ ਦੇ ਕੰਨ ਤੇ ਜਿਹੜੀ ਹੈ ਜੂ ਨਹੀਂ ਰਹੇਗੀ। ਅੱਜ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਔਰ ਚੀਫ ਮਿਨਿਸਟਰ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ। ਪ੍ਰਧਾਨ ਜੀ ਬੈਠੇ ਨੇ, ਗਰੇਵਾਲ ਸਾਹਿਬ, ਜੋਸਨ ਸਾਹਿਬ ਸਿੰਘ ਪਾਰਟੀ ਦੇ ਸਾਥੀ ਨੇ, ਸਿਰਫ ਉਹਨਾਂ ਨੂੰ ਦੱਸਣ ਵਾਸਤੇ ਵੀ ਫਾਜ਼ਿਲਕਾ ਜਿਹੜਾ ਹੈ ਇਹ ਟੇਲ ਦਾ ਏਰੀਆ ਹੈਗਾ ਔਰ ਪਾਕਿਸਤਾਨ ਨਾਲ ਇਹਦੀ ਬਾਰਡਰ ਲੱਗਦੀ ਹੈ, ਤੁਸੀਂ ਇਹਨੂੰ ਹਿੰਦੁਸਤਾਨ ਦਾ ਔਰ ਪੰਜਾਬ ਦਾ ਹਿੱਸਾ ਸਮਝੋ। ਮੈਨੂੰ ਤਾਂ ਐਵੇਂ ਲੱਗਦਾ ਹੈ ਵੀ ਮੁੱਖ ਮੰਤਰੀ ਸਾਹਿਬ ਨੂੰ ਕੋਈ ਚੇਤਾ ਹੀ ਨਹੀਂ ਵੀ ਕੋਈ ਫਾਜ਼ਿਲਕਾ ਜ਼ਿਲ੍ਹਾ ਵੀ ਇੱਥੇ ਵਿਰਾਜਮਾਨ ਹੈਗਾ ਕਿ ਨਹੀਂ। ਸੋ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਅੱਜ ਪਾਣੀ ਦੀ ਹੈਗੀ। ਦੂਸਰੀ ਜਿਹੜੀ ਸਮੱਸਿਆ ਹੈਗੀ ਉਹ ਮੇਨ ਜਿਹੜੀ ਹੈ ਲਾਅ ਐਂਡ ਆਰਡਰ ਦੀ ਹੈ। ਤੁਸੀਂ ਵੀ ਸਾਰੇ ਸ਼ਹਿਰ ਦੇ ਵਸਿੰਦੇ ਹੋ, ਠੀਕ ਹੈ ਕਿ ਨਹੀਂ। ਅਬੋਹਰ ਮੈਂ ਰਹਿੰਦਾ, ਫਾਜ਼ਿਲਕਾ ਜੋਸਨ ਸਾਹਿਬ ਨੇ, ਚੋਰੀਆਂ ਹੋ ਰਹੀਆਂ, ਹੁਣ ਤਾਂ ਪਿੰਡਾਂ 'ਚ ਚੋਰੀਆਂ ਹੋਣ ਲੱਗੀਆਂ। ਜੋਸਨ ਸਾਹਿਬ ਤੁਹਾਡੇ ਕੋਲ ਆਉਂਦੇ ਨੇ ਲੋਕ, ਮੈਂ ਤਾਂ 3-4 ਇੰਸੀਡੈਂਟ ਦੱਸਦਾ ਉੱਥੇ ਪਿੰਡਾਂ 'ਚ ਆਉਂਦੇ ਨੇ ਲੋਕ ਔਰ ਸਾਰੇ ਦਾ ਸਾਰਾ ਸਮਾਨ ਲੁੱਟ ਕੇ ਚਲੇ ਜਾਂਦੇ ਨੇ। ये तो सिचुएशन इतनी हुई गई है, अपने पड़ोस में हुई है। तो मेरा मतलब हर रोज हो रही बेटा, जब गांवों में होने लगी, पहले गांवों में चोरियां नहीं होती थी। और सब तो बड़ा जरा नशे की गल करते हैं, जी कैप्टन साहब ने सौ खाधी से 1 महीने खत्म कर दूंगा। सब तो वध चिट्टा, हीरोइन, पोस्त, अफीम, ये अज स्लम एरिए ते पिंडां दे अंदर आम तुसीं जिथे मर्जी कह लो। इंस्पेक्टर ऑफ सो मेनी रिक्वेस्ट मैं SSP साहब ਨੂੰ ਮਿਲਿਆ, ਮੈਂ DSP ਨੂੰ ਵੀ ਕਿਹਾ ਕਿ ਜੀ ਦੱਸੋ ਜੀ, 10 ਦਿਨ ਨਹੀਂ ਤੇ ਉਹ ਕਹਿੰਦੇ ਜੀ ਉੱਥੇ ਤਾਂ ਮਿਲਿਆ ਨਹੀਂ, ਕਿਉਂਕਿ ਇਹ ਲੋਕ ਜਿਹੜੀ ਹੈ ਕੋਈ ਨਸ਼ਾ ਬਿਨਾਂ ਪੁਲਿਸ ਦੇ ਪ੍ਰਸ਼ਾਸਨ ਦੇ ਕਨਵੈਂਸ ਬਿਨਾਂ ਨਹੀਂ ਵਿਕ ਸਕਦਾ, ਮੇਰਾ ਇਹ ਮੰਨਣਾ ਹੈ। ਔਰ ਅਗਰ ਇਸ ਤੇ ਜੇ ਨਕੇਲ ਨਾ ਪਾਈ ਗਈ ਤਾਂ ਮੈਂ ਸਮਝਦਾ ਵੀ ਸਾਡੀ ਜਿਹੜੀ ਜਵਾਨੀ ਹੈ ਆਲਰੇਡੀ ਜਿਹੜੀ ਹੈਗੀ ਉਹ ਜਿਹੜੀ ਨਸ਼ੇ 'ਚ ਇੰਨੀ ਗੁਫਤੀ ਵੀ ਸਰਕਾਰ ਨੂੰ ਕਿੰਨੇ एडिक्शन डी एडिक्शन सेंटर खोलने पे, कदे कहते असीं इन्नियां लख टैबलेट्स वंडतियां, करोड़ां वंडतियां, हालांकि ਉਹਦੇ 'ਚ ਵੀ ਗਫਲਾ ਹੋਇਆ। सैकरेटरी हैल्थ ने पिन पॉइंट किया
लेकिन अज सरकार जिहड़ी हैगी, मैं महसूस करदा भी हर रोज तुसीं अखबार पढ़दे हो, देखदे हो, साधु सिंह है उहदे सैकरेटरी ने जिहड़े स्कॉलरशिप के फंड्स है वो एम्बेजल कर ले, उन्होंने भी क्लीन चिट दे दी। और जितों तक सवाल हैगा हैल्थ मिनिस्टर है, इन्हें जड़ियां डी एडिक्शन च जड़ियां दवाइयां यूज होंदियां ने अमृत आजो ते उन्हां दा जिहड़ा स्कैम सी उहनूं दबा दिता गया। ते हुण इस तरीके नाल जिहड़ी किहड़ी गल दी गल करिए, चाहे आपां पंचायत फंड्स की कर लीए, लोकल बॉडी की गल कर लीए, खास करके मैं होर भी कहूंगा भी अमृत योजना के अंदर 2016 च पैसे आए सीगे, ठीक है नहीं, अज 5 साल हो गए उन्होंने, और अज उत्थे कहंदे जी असीं डेवलपमेंट कर रहे हैं। उस जिन्ने शाह जी वड्डी कंपनी सी ओहदा कॉन्ट्रैक्ट सुनील जाखड़ ने रिजेक्ट करवा के पैटी ठेकेदारां नूं दे के और सारे दा सारा काम आपदी मनमर्जी नाल कर रहे ने। म्युनिसिपल कमिश्नरस नूं इन्हां दे जिहड़े हेंचमैन ने, और पहला तुसीं सुणदे होणे हो भी रेत माफिया, शराब माफिया, केबल माफिया, एक नवा माफिया पंजाब च उभर के आया है जिहड़ा है इंटरलॉकिंग टाइल्स माफिया। हर एमएलए दी कुबाया साहब है, इन्होंने फैक्ट्री खोल रखी है, नथू राम ने खोल रखी है, उन्होंने कोई राजू सफार है पीए, संदीप जाखड़ का उन्हें खोल रखी है, कोई राजकुमार है, ये सारे बैंक मुलाजम ने, प्रधान जी एमडी रहे ने बैंक के दसणगे, और ये अज उन्होंने तनख्वाह लेंदे बैंक तो ते कम करते हैं जाखड़ साहब के परिवार का पीए बन के लुट खसुट हो रही है। सब तो वही गल है। बायोडीजल भी अच्छा, और इतने तुसीं पिछले दिनों देखा होना है, सुनिया होना अखबारां च भी आई, उत्थे 2 जिहड़ियां है नकली डीजल बनाउण दीयां फैक्ट्रियां पकड़ियां गईयां। एक सही राम गुदारा इन्हां दा ड्राइवर हुंदा सी, परिवारिक ड्राइवर, चौधरी बलराम जाखड़ दे मैनूं याद है सब नाल भी उन्होंने सेवा की, फिर सज्जन कुमार जाखड़ की सेवा की। ਉਹਦੇ ਮੁੰਡੇ ਨੇ ਉੱਥੇ ਇੰਡਸਟਰੀਅਲ ਏਰੀਆ ਹੈਗਾ, ਉੱਥੇ ਇੱਕ ਫੈਕਟਰੀ, ਇੱਕ ਜਿਹੜੀ ਹੈ ਸ਼ੇਰਗੜ੍ਹ ਪਿੰਡ ਦੇ ਅੰਦਰ ਫੈਕਟਰੀ, ਲੇਕਿਨ ਪਰਚਾ ਕਿਹਨਾਂ ਦੇ ਹੋਇਆ, ਜਿਹੜੇ ਉੱਥੇ ਆਪਰੇਟ ਕਰਦੇ ਸੀ, ਤੇ ਇੱਕ ਉਹਦਾ ਮੁਲਾਜ਼ਮ ਜਿਹੜਾ ਮੌਕੇ ਤੇ ਪਕੜਿਆ ਗਿਆ, ਸੰਦੀਪ ਗੁਦਾਰਾ ਉਹਦਾ ਨਾਂ ਹੈ, ਉਹ ਪਲਾਟ ਉਹਦੇ ਨਾਮ ਤੇ ਹੈ ਜਿੱਥੇ ਫੈਕਟਰੀ ਚੱਲ ਰਹੀ ਹੈ, ਦੂਸਰੇ ਦਾ ਮੈਨੂੰ ਪਤਾ ਨਹੀਂ, ਲੀਜ਼ ਐਗਰੀਮੈਂਟ ਲੀਜ਼। ਹੁਣ ਅੱਜ ਪਰਚਾ ਉਹਨਾਂ ਦੇ ਇੱਕ ਨੌਕਰ ਤੇ ਇੱਕ ਉਹਨਾਂ ਦਾ ਕੋਈ ਪਾਰਟਨਰ ਹੈ ਉਸ ਤੇ ਹੋਇਆ। ਹੁਣ ਅੱਜ ਡੀਜ਼ਲ ਜਿਹੜਾ ਹੈ भी 100 रुपये लीटर के नेड़े पा हो गया, और इस पता नहीं कोई कैमिकल मिला के जो काला तेल होंदा सी उन्होंने डीजल बना के भेज रहे, पता नहीं कि 2-3 साल तो चल रहा है और सरकार का कोई एक्शन नहीं। मैं जिहड़े फूड एंड सप्लाई मिनिस्टर ने भारत भूषण आशू जी, उन्होंने नोटिस लिया, चलो जरूर अपने उन्होंने नोटिस आया तो उन्होंने रेड जरूर करवाई, लेकिन जो असली कल्प्रिट है, मेरा कहने तो मतलब जो संदीप जिहड़ा हैगा ओहदे जिहड़ा है परचा नहीं होया, अलग परचा हो गया। तो किस तरीके दियां मतलब है ये लॉलेसनेस, इस तो वड्डी कुछ हो नहीं सकती। उत्थे जिहड़े अज सट्टे दा गल करिए, उत्थे हर बंदे नूं उन्हां ने सट्टा किंग जिवें ठेके ते छड्डदे ने भी आ सट्टे वाला जिहड़ा काम है ये आ ठेके ते करूगा, नशा ये विकूगा, जी है नजायज शराब इन्हें बेचनी है, तो इंटरलॉकिंग का ठेकेदार आएगा, हर तरीके जिवें है कि बंदे फिक्स किए हुए ने, लेकिन समा दूर नहीं, असी फिर भी सारे मैमोरेंडम देन जा रहे हैं चीफ मिनिस्टर साहब नूं भी इन्हां चीज़ां ते तुसीं जिहड़ा 18 पॉइंट एजेंडा है उहदे अंदर ये साडे फाजिलका जिले च भी ये जिहड़े एजेंडे इन्हां च विच जरूर पाओ। कोई 18 एजेंडे नाल कल्ला पंजाब कवर नहीं हुंदा, वी आर आल्सो पार्ट ऑफ पंजाब, वी आर आल्सो इंडियन नेशनल्स। वो ये भी अज 2 महीनों तो पानी नहीं लग रहा, 6 हिस्से नहर चलती है, 6 हिस्से नाल पेल ते पानी नहीं पहुंचता। सो मच सो भी इन्हां दे जिहड़े हेंचमैन सी, कोई रिटायर्ड कानून है वह नजायज असी मौका पकड़िया, धरना दिता, परचा कराया, लेकिन अज तक वह गिरफ्तारी नहीं हुई। मुरारी लाल कानून है बाई नेम मैं कह रहा इस गल नूं, दीवान खेड़े का रहने वाला है, वह मोगा पकड़िया, सील वह जरूर करवाया, परचा भी असी धरना दे के करवाया, लेकिन अज तक वह कोई गिरफ्तारी नहीं हुई। ना ही ये अंदर जो नकली तेल की फैक्ट्री है संदीप गुदारा है, वह कोई गिरफ्तारी हुई। साडी यही कोई मंग है भी किसान जो है ये जो सोके का मुआवजा है ये फौरी तौर पर जारी किया जाना चाहिए। अजे तक तो पिछला वार भी 3-4 वजीर मंत्रियों लैके आए, और जो बलवोने हल्के के अंदर जो पानी भर गया सीगा, फसलां नष्ट हो गई, कई तो कणक भी नहीं बीजी गई,
अजे वो मुआवजा भी वो वायदा करके गए सी नहीं दिता। पर बड़ा शर्मनाक गल है भी 10,000 रुपये का चैक इथों का जो डिप्टी कमिश्नर है वो रैड क्रॉस चो कट के तो उन्होंने किसानों को राजी करने वास्ते दे के आया। रैड क्रॉस को कोई ऐसा फंड नहीं होता भी वो जो किसानों को कॉम्पनसेशन देवे। रैड क्रॉस इज मेंट फॉर अदर पर्पसेस ते ना उन्होंने पिछले 1.5 साल तो कोई मुआवजा मिला और अज बागां दा नरमे दा दूसरी फसल दा लोगों को दोबारा झोना बीजना पिया है। एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।